ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੇ ਵਿੱਚ ਮਾਣ ਮਰਿਆਦਾ, ਗੁਰਮਤਿ ਸਿਧਾਂਤ, ਸਾਡੀਆਂ ਪਰੰਪਰਾਵਾਂ, ਸਾਡਾ ਇਤਿਹਾਸ ਬਹੁਤ ਵੱਡੀ ਮਹਾਨਤਾ ਰੱਖਦਾ ਹੈ, ਕਿਉਂਕਿ ਇਹ ਸਾਰੇ ਧਰਮਾਂ ਨਾਲੋਂ ਵਿਲੱਖਣ ਧਰਮ ਹੈ, ਨਿਰਾਲਾ ਧਰਮ ਹੈ, ਨਿਆਰਾ ਧਰਮ ਹੈ। ਇਹਦੀਆਂ ਸੋਚਾਂ ਵੀ ਤੇ ਇਹਦੀਆਂ ਵਿਧੀਆਂ ਵੀ, ਇਹਦੇ ਸਿਧਾਂਤ ਵੀ ਦੁਨੀਆ ਨਾਲੋਂ ਨਵੇਕਲੇ। ਹਰ ਧਰਮ ਦਾ ਵਿਅਕਤੀ ਜਿਹੜਾ ਹੈ ਉਹ ਆਪਣੇ ਧਰਮ ਵਾਸਤੇ ਮਰ ਮਿਟਣ ਲਈ ਤਿਆਰ ਹੋ ਜਾਂਦਾ ਹੈ। ਖਾਸ ਕਰਕੇ ਸਿੱਖ ਧਰਮ ਜਿਹੜਾ ਇਹਦਾ ਕੋਈ ਵੀ ਸਿੱਖ ਸੋਚ ਵਾਲਾ ਜਾਂ ਗੁਰੂ ਨਾਨਕ ਨਾਮ ਲੇਵਰ ਦਾ ਉਪਾਸ਼ਕ ਹੈ, ਉਹ ਆਪਣੇ ਧਰਮ ਦੇ ਉੱਤੇ ਕਦੀ ਕੋਈ ਵਾਰ ਹੋ ਜਾਏ, ਛੋਟੀ ਮੋਟੀ ਗੱਲ ਹੋ ਜਾਏ ਜਾਂ ਕੋਈ ਐਸਾ ਭਾਣਾ ਵਰਤ ਜੇ ਜਿਹਦੇ ਨਾਲ ਸਾਡੀ ਆਤਮਾ ਕਲਪ ਜਾਵੇ, ਸਾਡਾ ਮਨ ਜਿਹੜਾ ਉਹ ਦੁਖੀ ਹੋ ਜਾਵੇ, ਸਾਡੀ ਜਿਹੜੀ ਸ਼ਾਨ ਨੂੰ ਫਰਕ ਪੈ ਜੇ, ਸਾਡੇ ਗੁਰੂ ਦੇ ਅਸਥਾਨ ਨੂੰ ਫਰਕ ਪੈ ਜੇ, ਉਹਦੇ ਵਾਸਤੇ ਇੱਕ ਜ਼ਿੰਦਗੀ ਮੌਤ ਅਸੀਂ ਸਮਝਦੇ। ਬੜਾ ਅਫਸੋਸ ਹੈ ਕਿ ਲੰਬੇ ਸਮੇਂ ਤੋਂ ਇਹ ਘਟਨਾਵਾਂ ਜਿਹੜੀਆਂ ਥਾਂ ਥਾਂ ਦੇ ਉੱਤੇ ਵਾਪਰਦੀਆਂ, ਪਰ ਚਿੰਤਾ ਇਸ ਗੱਲ ਦੀ ਹੈ ਕਿ ਬਹੁਤੀਆਂ ਘਟਨਾਵਾਂ ਸ਼ਰਾਰਤੀ ਲੋਕ ਜਾਂ ਮੈਨੂਪਲੇਟਡ ਲੋਕ ਜਾਂ ਏਜੰਸੀਆਂ ਸਰਕਾਰਾਂ ਦੇ ਹੱਥਾਂ 'ਚ ਖੇਡ ਕੇ ਉਹ ਉਸ ਧਰਮ ਦੇ ਵਿੱਚ ਦਖਲਅੰਦਾਜ਼ੀ ਕਰ ਰਹੀਆਂ, ਉਸ ਧਰਮ ਦੇ ਉੱਤੇ ਵਾਰ ਕਰ ਰਹੀਆਂ ਜਿਹੜੇ ਧਰਮ ਨੂੰ ਦੁਨੀਆ ਭਰ ਵਿੱਚ ਬਹੁਤ ਉੱਚਾ ਤੇ ਸੁੱਚਾ ਧਰਮ ਮੰਨਿਆ ਜਾਂਦਾ ਹੈ। ਕਦੀ ਸਾਡੀ ਪੁਸ਼ਾਕ ਤੇ, ਕਦੀ ਸਾਡੇ ਸਿਧਾਂਤ ਤੇ, ਕਦੀ ਸਾਡੇ ਕਕਾਰਾਂ ਤੇ, ਕਦੀ ਸਾਡੇ ਗੁਰਧਾਮਾਂ ਤੇ, ਕਦੀ ਸਾਡੇ ਗੁਰੂ ਅਸਥਾਨ ਤੇ। ਇਹ ਸਾਰੀਆਂ ਵਾਰ ਵੱਖ-ਵੱਖ ਤਰ੍ਹਾਂ ਦੇ ਨਾਲ ਐਸੀਆਂ ਹਰਕਤਾਂ ਕਰਕੇ ਉਹ ਸਾਨੂੰ ਬਹੁਤ ਵੱਡੀ ਪੀੜਾ ਦਿੰਦੇ। ਚਿੰਤਾ ਇਸ ਗੱਲ ਦੀ ਹੈ ਵੀ ਇਹ ਪੈਦਾ ਕੌਣ ਕਰ ਰਿਹਾ। ਹੁਣ ਜਿਹੜੀ ਮੈਂ ਇੱਥੋਂ ਗੱਲ ਸੋਚ ਰਹੀ ਹਾਂ, ਮੈਂ ਆ ਕੇ ਸਾਰਾ ਸਟੱਡੀ ਕੀਤਾ, ਮੈਂ ਸੁਣਿਆ, ਮੈਂ ਵੀ ਸੀ ਬਾਹਰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਕਿਉਂਕਿ ਮੈਂ ਕੁਝ 2 ਦਿਨ ਠੀਕ ਨਹੀਂ ਸੀ। ਅੱਜ ਵੀ ਉਚੇਚੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਈ ਹਾਂ ਵੀ ਉਹ ਜਗ੍ਹਾ ਦੇ ਉੱਤੇ ਕਿੱਥੇ ਬੈਠਾ ਸੀ, ਉਹਨੇ ਹਰਕਤ ਕਿੱਦਾਂ ਕੀਤੀ। ਜਦੋਂ ਕਿ ਮਨਾਹੀ ਹੈ ਕਿ ਅੰਦਰ ਕੋਈ ਸਿਗਰਟ ਲੈ ਕੇ ਨਹੀਂ ਜਾ ਸਕਦਾ, ਬੀੜੀ ਪੀ ਨਹੀਂ ਸਕਦਾ, ਤੰਬਾਕੂ ਨਹੀਂ ਲੈ ਸਕਦਾ, ਜਰਦਾ ਨਹੀਂ ਜਾ ਸਕਦਾ, ਨਸ਼ਾ ਕੋਈ ਨਹੀਂ ਜਾ ਸਕਦਾ। ਪਰ ਸਾਡੀ ਕਿਉਂਕਿ ਇਹ ਸਿੱਖ ਧਰਮ ਦੇ ਵਿੱਚ ਕੋਈ ਕਦੀ ਕਿਸੇ ਦੀ ਤਲਾਸ਼ੀ ਲੈ ਕੇ ਅੰਦਰ ਨਹੀਂ ਭੇਜਦਾ। ਕੋਈ ਹੋਵੇ, ਕੋਈ ਸ਼ਰਧਾਲੂ ਆਵੇ, ਕਿਸੇ ਧਰਮ ਦਾ ਆਵੇ, ਸਿਰਫ ਉਹਦੇ ਪੈਰ ਨੰਗੇ ਹੋਣੇ ਚਾਹੀਦੇ ਹੈ, ਜੋੜਾ ਨਹੀਂ ਪਹਿਨਿਆ ਹੋਣਾ ਚਾਹੀਦਾ, ਉਹਦਾ ਸਿਰ ਢੱਕਿਆ ਹੋਣਾ ਚਾਹੀਦਾ ਤੇ ਉਹ ਮਾਣ ਮਰਿਆਦਾ ਦੇ ਨਾਲ ਅੰਦਰ ਬੜੀ ਸ਼ਾਂਤੀ ਨਾਲ ਪ੍ਰਵੇਸ਼ ਹੋਵੇ। ਆਮ ਤੌਰ ਦੇ ਉੱਤੇ ਅਸੀਂ ਇਹ ਸ਼ਰਧਾ ਤੇ ਸਤਿਕਾਰ ਦੇ ਨਾਲ ਉੱਥੇ ਜਾ ਕੇ ਪੇਸ਼ ਹੋਵੇ, ਅਰਦਾਸ ਕਰੇ, ਗੁਰੂ ਪਾਤਸ਼ਾਹ ਦੇ ਸ਼ੁਕਰਾਨਾ ਕਰੇ, ਅਰਦਾਸ ਆਪਣੀ ਉਹਦੇ ਭੇਟਾ ਕਰੇ ਤੇ ਸੰਬੰਧ ਕਰਨਾ, ਇਹ ਸਾਡੀ ਜਿਹੜੀ ਇਸ਼ਟ ਬਣਿਆ ਹੋਇਆ। ਪਰ ਤਕਲੀਫ ਹੋਈ ਇਸ ਗੱਲ ਦੀ ਕਿ ਉਹ ਵਿਅਕਤੀ ਜਿਹੜਾ ਕਿ ਤਫਦੀਸ਼ ਵਿੱਚ ਜੋ ਅੱਜ ਤੱਕ ਸਾਡੇ ਨਾਲ ਸਾਥੀ ਜਿਹੜੇ ਬੈਠੇ ਹੈ, ਉਹਨਾਂ ਨੇ ਕੱਢੀ ਹੈ ਗੱਲ ਕਿ ਉਹ ਕਹਿੰਦਾ ਕਿ ਮੈਂ ਅੰਮ੍ਰਿਤ ਵੀ ਛਕਿਆ। ਜੇ ਅੰਮ੍ਰਿਤ ਛਕਿਆ ਸੀ ਉਹਦੇ ਕਕਾਰ ਕਿੱਥੇ ਸੀ? ਜੇ ਅੰਮ੍ਰਿਤ ਛਕਿਆ ਸੀ ਤੇ ਉਹ ਸਿਰ ਤੇ ਪਟਕਾ ਪਰਨਾ ਬਣ ਕੇ ਆਇਆ ਜਾਂ ਰੁਮਾਲ ਬਣ ਕੇ ਆਇਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ 12 ਵਜੇ ਦਾ ਪਾਰਕ 'ਚ ਪਹੁੰਚ ਗਿਆ ਤੇ 3 ਵਜੇ ਉੱਥੇ 2-2.5 ਘੰਟੇ ਗੱਡੀ ਵਿੱਚ ਸੁੱਤਾ ਰਿਹਾ, ਫਿਰ ਉੱਥੇ ਬੈਠ ਗਿਆ, ਬੜੀ ਸ਼ਰਧਾ ਨਾਲ ਬੈਠਾ ਰਿਹਾ ਆਪਣੇ ਵੱਲੋਂ, ਕਿਉਂਕਿ ਅਸੀਂ ਤਾਂ ਇਹੀ ਸੋਚਦੇ ਕਿ ਬੰਦਾ ਹੱਥ ਜੋੜ ਕੇ ਬੈਠਾ ਹੋਇਆ, ਕਿਸੇ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ। ਹੁਣ ਅਸੀਂ ਅੰਦਰ ਗਏ ਹਾਂ, ਕਿਸੇ ਦਾ ਸ਼ੱਕ ਥੋੜ੍ਹਾ ਸਾਨੂੰ ਅੰਦਰ ਕੌਣ ਬੈਠਾ ਕੌਣ ਨਹੀਂ ਬੈਠਾ। ਤੇ ਬੈਠਾ ਜਦੋਂ ਅੰਮ੍ਰਿਤ ਵੇਲੇ ਗੁਰੂ ਸਾਹਿਬ ਦਾ ਸਰੂਪ ਆਉਂਦਾ ਹੈ, ਸੰਗਤਾਂ ਪਿੱਛੇ ਹਟ ਜਾਂਦੀਆਂ ਤੇ ਪਿੱਛੋਂ ਆ ਕੇ ਨਾਲ ਚੱਲਦੀਆਂ। ਜੋ ਉਹਨੇ ਕਾਰਾ ਕੀਤਾ ਉਹ ਕਾਨੂੰਨੀ ਹਰਕਤ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਇਹੀ ਕਾਰਨ ਹੈ ਨਾ ਅਸੀਂ ਸੋਚਦੇ ਹਾਂ ਵੀ ਇਹ ਮਾੜਾ ਕੀਤਾ ਉਹਨੇ। ਪਰ ਮੈਂ ਫਿਰ ਵੀ ਸੰਗਤ ਦੀ ਤੇ ਸੇਵਾਦਾਰਾਂ ਦੀ ਸ਼ਾਬਾਸ਼ ਕਹਿੰਦੀ ਹੈ ਜਿਨ੍ਹਾਂ ਨੇ ਮੌਕੇ ਤੇ ਫੜ ਲਿਆ। ਜੋ ਸ਼ਰਾਰਤ ਕਰਕੇ ਚਲਾ ਜਾਂਦਾ, ਬਾਅਦ ਵਿੱਚ ਪਤਾ ਲੱਗਦਾ ਤੇ ਸ਼ਾਇਦ ਇੱਕ ਦੂਜੇ ਨੂੰ ਅਸੀਂ ਪੰਬਲ ਪੁੱਸੇ 'ਚ ਪੈ ਜਾਣਾ ਸੀਗਾ ਵੀ ਇਹਨਾਂ 'ਚੋਂ ਕੌਣ ਹੈ, ਇਹਨਾਂ 'ਚੋਂ ਕੌਣ ਨਹੀਂ। ਤੇ ਮੌਕੇ ਤੇ ਫੜ ਲੈਣਾ ਤੇ ਉਹਨੂੰ ਜਾ ਕੇ ਬਾਹਰ ਕੁਟਾਪਾ ਚਾੜ ਕੇ ਪੁਲਿਸ ਨੂੰ ਦੇ ਦੇਣਾ। ਜੋ ਇਹਨਾਂ ਦਾ ਕੰਮ ਸੀ ਉਹ ਇਹਨਾਂ ਨੇ ਕਰ ਲਿਆ, ਕਿਉਂਕਿ ਅਸੀਂ ਉੱਥੇ ਕਤਲ ਨਹੀਂ ਕਰ ਸਕਦੇ, ਲਾਅ ਐਂਡ ਆਰਡਰ ਨੂੰ ਹੱਥ 'ਚ ਨਹੀਂ ਲੈ ਸਕਦੇ, ਅਸੀਂ ਉਹਨੂੰ ਕੋਈ ਅੰਦਰ ਬੰਦੀ ਨਹੀਂ ਬਣਾ ਸਕਦੇ। ਲਾਅ ਐਂਡ ਆਰਡਰ ਹੈ, ਤੁਸੀਂ ਵੀ ਸਾਰੇ ਸਿਆਣੇ ਹੋ। ਜੋ ਡਿਊਟੀ ਬਣਦੀ ਸੀ ਸੇਵਾਦਾਰਾਂ ਦੀ ਜਾਂ ਸੰਗਤ ਦੀ, ਉਹਨਾਂ ਨੇ ਆਪਣੀ ਡਿਊਟੀ ਪੂਰੀ ਕੀਤੀ। ਹੁਣ ਅੱਗੇ ਸਟੈਪ ਇਹ ਆਉਂਦਾ ਹੈ ਕਿ ਜਿਹੜਾ ਇਹਨਾਂ ਨੇ ਕੱਢਿਆ ਉੱਥੇ, ਜਿਹੜੇ ਬੈਠ ਕੇ ਉੱਥੇ ਸੁਣਦੇ ਆ ਤਫਤੀਸ਼ ਵਿੱਚ, ਕਿਉਂਕਿ ਅਸੀਂ ਸੁਣ ਹੀ ਸਕਦੇ ਹਾਂ, ਜੋ ਮੈਥਡਸ ਅਪਣਾਣੇ ਹੈ ਉਹ ਸਰਕਾਰ ਨੇ ਅਪਣਾਣੇ।
दुख की गल यह है कि सरकार जिहड़ी है उस पासे वाल नूं नहीं जा रही कि जिहड़ा पासे चो ये जदों भी जौलीआं पिंड मैं गई उत्थे मैं पता किया भी ये बीबी जिहड़ी सी उन्हें की घटना की। कहंदे जी बीबी कहंदी है पहला एक तो सरकार ने एक मैथड अपना लिया कि 5 बंदे आ जाओ तुहाडे सामने असीं इंटैरोगेट करते हैं, क्योंकि इन्होंने हदायत इट मीनस कि सरकारां वल्लों हदायत इस तरीके दी हो गई कि ये गोंगलूआं वांगू मिट्टी झाड़ के ते साडे जख्म जिहड़े है उन्होंने भरन की कोशिश नहीं करते, जख्म जिहड़े होर गहरे करते हैं। जिहड़ी सरकार की चाल जां प्रशासन की चाल है उस तो मैनूं तत्त निकलदा है। ਉਹਦਾ कारण की है वो भी बीबी नूं मैं पूछया कि उन्हें की किया। पंज सिंह कहंदे जी साडी संतुष्टि इसलिए हो गई। बीबी कहंदी मैं दुखी बड़ी सी, मैं दवाई खाधी सी, मैं अरदासां बड़ियां करदी सी, गुरु ने मेरी सुनी नहीं, मैनूं गुस्सा ही आ गया ते तां मैं अग लाती। देखो तुसीं ये कोई है गल? मैं अरदासां बड़ियां करदी सी, मैं अग लाती, बस इस तो अगे कहानी कोई नहीं। हुण जिहड़ी अज दी घटना है वो भी ये बाप ते माँ जिहड़े वो सरसे नाल जुड़े हुए हैं। उन्हें मन्निया कि मेरे बाप जिहड़ा वो 7 मैंबरी कमेटी का मैंबर है। इसदा मतलब सूई उधर नूं जांदी है। ਇਹਦਾ सौरा ते सस जिहड़ी है वो भी उत्थे दी पाशक है और ਇਹਦਾ ਵਿਆਹ भी उस डेरे च हुंदा है। फिर डेरे का मालक जिहड़ा बाबा वो PhD कुड़ी दे नाल एक 5 पढ़े बंदे नाल विआह कराउंदे। हुण इत्थों देखो भी ਇਹਦਾ मतलब कि वो एक ऐसी एजेंसी है, ऐसी संस्था है जिस एजेंसी ने ये बंदे जिहड़े पालने शुरू कर दिते है जां हिप्नोटाइज करके जां कोई ऐसी स्टडी करा के कि 4-5 साल उन्होंने ऐसिया दवाइयां खुआ खुआ के बहाना एक हैगा कि वो दवाइयां खुआने हैं वो पागल है, इस करके पागलपन च कर गया। जो पागल है तो अपनी जनानी नूं क्यों नहीं कुछ कहता? जो पागल है तो मंदिर में जाके क्यों नहीं किया? जो पागल है तो किसी मस्जिद में क्यों नहीं गया? पागल है तो उन्हें पूरे सच के घर में सच के सूप में आके करनी। सो ये चिंता का विषय जब साड़ी चिंता का विषय ये है कि देखो असी ना तो मैं मीडिया करके गल कह रही कि मीडिया च मैं बड़ा सच्चा होना चाहनी है जां की है। मैनू अंदरों दुख है कि सरकार जिहड़ी है ये इन्हां चीज़ों नूं बड़ी लाइटली लैंदी है तो ये बस कानून भी बस ठीक है जी 295 लग गई है, असी अंदर देता बंदा जी अपना फर्ज पूरा कर दिता है, असी कुछ कर नहीं सकते क्योंकि असी कतल नहीं कर सकते, असी बंदा नहीं बंदी बना सकते, असी कोट कटापा नहीं कर सकते, 3 डिग्री 3rd डिग्री असी इन्वेस्टिगेशन नहीं कर सकते, कानून ही ना कोई भी हथ लेना चाहेगा। सो तकलीफ ये है कि सरकार नूं वो एजेंसी लभनी चाहिए है जिहड़े इदां दे पागल बना के जिन्होंने वो पागल कहते हैं, जिन्होंने इन्ना कोटा लवा के कि अगे तुरदा ही नहीं कि मैं करता, मेरा मन कराया मैं करता। हुण इत्थे आके कित्थे रुकदी है गल? तुसीं ये देखो कि उस एजेंसी नूं किद्दां कड्ढना ना तुसीं कढ सकदे ते ना मैं कढ सकदी। कढ कौन सकदा? सरकार ही कढ सकदी। सरकारां दे हथ लंबे है ना जी। कोई इन्वेस्टिगेशन दिल्ली सरकार होवे जां पंजाब सरकार होवे जां कोई स्टेट की सरकार होवे, वही प्रशासन ही उस तह तक जा सकदा कि इहदा पिछे कित्थे जुड़दा है, ਉਹਦੀ वाइफ की करती है, किन्ने विआह कराया, किन्होंने किया, और जिन्ने भी केस आ रहे हैं वो इसे ढंग से क्यों आ रहे कि कह के कह देना मेरा मन कराया है। सो ये तकलीफ है जी, बहुत चिंता भी है। पर मैं सारे सिख कौम नूं बेनती करांगी कि आपस में उलझन की बजाय तख्तां की बदनामी गुरदामां की बदनामी करन की बजाय चिंता ये करो कि किहड़ियां एजेंसियां ने, किहड़ियां ताकतां ने, किहड़ियां सरकारां ने, किहड़ियां पावरां ने ਜਿਹੜੀਆਂ ਤੁਹਾਡੇ ਗੁਰੂ ਘਰਾਂ ਨੂੰ ਬਦਨਾਮ ਕਰਾਉਣਾ ਚਾਹੁੰਦੀਆਂ, ਤੁਹਾਡੇ ਗੁਰੂ ਘਰ ਦੀ ਬੇਅਦਬੀ ਕਰਾ ਕੇ ਤੁਹਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੀਆਂ। ਹਮੇਸ਼ਾ ਹੀ ਪਿਛਲੇ ਸਮੇਂ 'ਚ ਵੀ ਇਹੀ ਹੋਇਆ ਸੀ। ਜਿਉਂ-ਜਿਉਂ ਇੱਕ ਤੇ ਸਿਆਸੀ ਢਾਂਚਾ ਇਸ ਤਰ੍ਹਾਂ ਦਾ ਹੋ ਗਿਆ ਕਿ ਲੋਕਾਂ ਨੇ ਇੱਕੋ ਗੱਲ ਫੜ ਲਈ ਹੈ ਕਿ ਧਾਰਮਿਕ ਤੌਰ ਤੇ ਵੀ ਉਹ ਸਿਆਸਤ ਵਿੱਚ ਵੜ ਕੇ ਬਹਿ ਜਾਂਦੇ। ਉਹ ਇਹ ਨਹੀਂ ਸੋਚਦੇ ਕਿ ਹੁਣ ਬੀਬੀ ਜਗੀਰ ਕੌਰ ਇੱਥੇ ਕੀ ਕਰੂਗੀ। ਬੀਬੀ ਜਗੀਰ ਕੌਰ ਤਾਂ ਕਹਿ ਨਹੀਂ ਸਕਦੀ ਵੀ ਕਿਸੇ ਨੂੰ ਅੰਦਰ ਨਾ ਜਾਣ ਦਿਓ, ना प्रधान कह सकता है, ना साढ़े सेवादार कह सकते, ना सिंह साहब कह सकते भी अंदर मत्था वही टेकेगा जिहदी तलाशी लवांगे। गुरु घर खुला, चारे दरवाजे खुले है, कोई आवे राजी जावे। सो इस करके अंदरली चिंता साड़ी भी बहुत है। सारे असीं बैठे मैंबर साहबान असीं चिंता कर रहे सी भी इहनूं ठल कौन पाएगा। ना तुसीं पा सकना ना मैं पा सकना। ठल पावे तो सरकार ही पा सकती है, ठल पावे तो सरकार ही अंदर धुर तक जा सकती है। ये प्रशासन गैट ला के बैठ जाता है कि असी की करिए जी, असी की करिए जी।
ਤਾਈਓ ਤੇ ਬੇੜਾ ਬੈਠਾ ਅੱਜ ਪੰਜਾਬ ਦਾ। ਤਾਈਓ ਤੇ ਅੱਜ ਪੰਜਾਬ ਦੇ ਚੱਪੇ ਚੱਪੇ ਉਹਦੇ ਉੱਤੇ ਅੱਜ ਜੇ ਦੁਖੀ ਹੋਏ ਲੋਕ ਬੈਠੇ ਆ। ਘਰਾਂ ਦੇ ਘਰ ਲੁੱਟੇ ਜਾ ਰਹੇ ਆ, ਘਰਾਂ ਦੇ ਘਰ ਬਰਬਾਦ ਹੋ ਗਏ ਆ, ਘਰਾਂ ਦੇ ਘਰ ਕਤਲਾਂ ਨਾਲ ਭਰੇ ਹੋਏ ਆ, ਘਰਾਂ ਦੇ ਘਰ ਤਬਾਹੀ ਹੋਈ ਪਈ ਹੈ। ਇਹਦਾ ਕਾਰਨ ਹੈ ਕਿ ਸਰਕਾਰ ਅੱਜ ਆਪਣੀ ਜ਼ਿੰਮੇਵਾਰੀ ਛੱਡ ਚੁੱਕੀ ਹੈ, ਪ੍ਰਸ਼ਾਸਨ ਆਪਣੀ ਤਾਕਤ ਗਵਾ ਚੁੱਕਾ ਹੈ। ਸੋ ਮੈਂ ਤੁਹਾਡੇ ਸਾਰਿਆਂ ਵੱਲੋਂ ਰਾਹੀਂ ਮੈਂ ਬੇਨਤੀ ਕਰਨੀ ਚਾਹੁੰਦੀ ਹਾਂ ਔਰ ਤਾੜਨਾ ਵੀ ਕਰਦੀ ਹਾਂ ਕਿ ਕਿਤੇ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਿੱਟੇ ਜਿਹੜੇ ਆ ਗੰਭੀਰ ਬਣ ਜਾਣ। ਇਹਨਾਂ ਸਿੱਟਿਆਂ ਕਰਕੇ ਗੰਭੀਰਤਾ ਦੇ ਨਾਲ ਕਿਸੇ ਹੋਰ ਪਾਸੇ ਨੂੰ ਮੋੜ ਚੱਲ ਪਵੇ। ਅੱਗੇ ਕੌਮ ਜਿਹੜੀ ਹੈ ਬੜੀ ਭੁੱਠੀ ਵਿੱਚ ਪਈ ਹੋਈ ਹੈ। ਅੱਗੇ ਪੰਜਾਬ ਦੇ ਲੋਕ ਜਿਹੜੇ ਬੜੀ ਭੁੱਠੀ ਵਿੱਚ ਪਏ ਹੋਏ ਆ। ਜੇ ਤੇ ਇਸ ਪੰਜਾਬ ਦੀ ਸ਼ਾਂਤੀ ਚਾਹੁੰਦੇ ਆ, ਜੇ ਪੰਜਾਬ ਦੇ ਲੋਕ ਦੀ ਭਾਈਚਾਰਕ ਸਾਂਝ ਚਾਹੁੰਦੇ ਆ, ਜੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਕਿਸੇ ਮਸਲੇ ਦਾ ਹੱਲ ਕੱਢਣਾ ਚਾਹੁੰਦੇ ਆ, ਤੇ ਮੈਂ ਪ੍ਰਸ਼ਾਸਨ ਨੂੰ ਤਾੜਨਾ ਕਰਾਂਗੀ ਕਿ ਇਸ ਗੱਲ ਨੂੰ ਗੰਭੀਰਤਾ ਨਾਲ ਲੈਣ। ਇਹ ਨਹੀਂ ਕਿ ਫਲਾਣੇ ਦਾ ਕਤਲ ਹੋ ਗਿਆ ਸੀ, ਕੋਈ ਨਹੀਂ ਜੀ ਇਹਨੇ ਕਰਤਾ, ਬਿਆਨ ਦਿੱਤੇ, ਗੱਲ ਖਤਮ ਹੋ ਗਈ। ਸੋ ਗੱਲ ਇਹ ਨਹੀਂ, ਗੱਲ ਸਹੀ ਦੀ ਨਹੀਂ, ਗੱਲ ਪਏ ਦੀ ਹੁੰਦੀ ਹੈ। ਰੋਜ਼ ਇੱਕ ਕਰਕੇ ਇਸ ਤਰ੍ਹਾਂ ਦੀ ਸਾਡੀ ਪੀੜਾ ਹੁੰਦੀ ਹੈ। ਤੇ ਮੈਂ ਆਪਣੇ ਵੀਰਾਂ ਨੂੰ ਵੀ ਬੇਨਤੀ ਕਰਾਂਗੀ, ਕਈ ਵਾਰੀ ਆਪਾਂ ਕੀ ਕਰਦੇ ਹਾਂ, ਦੂਜੇ ਪਾਸੇ ਨੂੰ ਚੱਲ ਪੈਂਦੇ ਹਾਂ। ਜਿਹਨਾਂ ਦੋਸ਼ੀਆਂ ਮਗਰ ਅਸੀਂ ਜ਼ੋਰ ਲਾਉਣਾ ਉਹਨਾਂ ਵੱਲ ਘੱਟ ਲਾਉਂਦੇ ਹਾਂ, ਔਰ ਜਿਨ੍ਹਾਂ ਨੂੰ ਆਪ ਤਕਲੀਫ ਹੋਈ ਹੋਵੇ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਦੇ। ਸਵਾਲ ਜਵਾਬ ਕਰੋ ਜਾ ਕੇ ਐਸਐਸਪੀ ਨੂੰ, ਸਵਾਲ ਜਵਾਬ ਕਰੋ ਉਸ ਵਿਅਕਤੀ ਨੂੰ ਜਿਹਨੇ ਕੀਤਾ, ਜਿਨ੍ਹਾਂ ਨੇ ਏਜੰਸੀਆਂ ਨੂੰ ਲੱਭੋ ਕਿ ਕਿਹੜੀਆਂ ਏਜੰਸੀਆਂ ਨੇ ਜਿਹੜੀਆਂ ਇੱਥੇ ਤੱਕ ਪਹੁੰਚ ਰਹੀਆਂ। ਸੋ ਮੈਂ ਸਮਝਦੀ ਹਾਂ ਕਿ ਇਹ ਬੜਾ ਵੱਡਾ ਗੰਭੀਰ ਮਸਲਾ ਹੈ। ਸਾਨੂੰ ਅੱਜ ਦੀ ਚਿੰਤਾ ਤੇ ਜਿਹੜੀ ਹੈ, ਅਗਲੀ ਚਿੰਤਾ ਬੜੀ ਹੈ ਕਿ ਸਾਡੇ ਕੋਲ ਲੱਖਾਂ ਲੋਕ ਹੁਣ ਕੱਲ ਬਾਣੇ ਵਿੱਚ ਕਿਸੇ ਵਿਅਕਤੀ ਅੱਜ ਕੱਲ੍ਹ ਨਿਹੰਗਾਂ ਦਾ ਬਾਣਾ ਪਾ ਲੈਂਦੇ ਆ ਜੀ। ਨਿਹੰਗ ਸਾਰੇ ਮਾੜੇ, ਨਿਹੰਗ ਸਿੰਘ ਦਾ ਬਾਣਾ ਬੜਾ ਪਵਿੱਤਰ ਬਾਣਾ ਹੈ, ਗੁਰੂ ਸਾਹਿਬ ਨੇ ਬਾਣਾ ਬਖਸ਼ਿਸ਼ ਕੀਤਾ। ਉਸ ਬਾਣੇ ਨੂੰ ਬਦਨਾਮ ਕਰਨ ਲਈ ਹਰਿਮੰਦਰ ਸਾਹਿਬ ਦੇ ਵਿੱਚ ਦੋ ਵਿਅਕਤੀ ਉਹ ਬਾਣਾ ਪਾ ਕੇ ਐਸੀਆਂ ਸ਼ਰਾਰਤਾਂ ਕਰ ਰਹੇ ਸੀ, ਉਹਨਾਂ ਨੂੰ ਫੜਿਆ, ਉਹਨਾਂ ਨੂੰ ਅੰਦਰ ਦਿੱਤਾ। ਸੋ ਮੈਂ ਸਮਝਦੀ ਹਾਂ ਕਿ ਇਹ ਸੁਚੇਤ ਹੈ। ਮੈਂ ਕਹਿੰਦੀ ਸੇਵਾਦਾਰ ਫਿਰ ਵੀ ਮਾੜਾ ਮੋਟਾ ਦੌੜ ਭੱਜ ਕਰਕੇ ਆਪਣੀ ਹਿੰਮਤ ਕਰਦੇ ਹੈ, ਕਿਉਂਕਿ ਇਹਨਾਂ ਨੂੰ ਵੀ ਚਿੰਤਾ ਹੁੰਦੀ ਹੈ ਆਪਣੀ ਜ਼ਿੰਦਗੀ ਦੀ। ਕਈ ਵਾਰੀ ਕੋਈ ਕਿਰਚ ਕੱਢ ਲੈਂਦਾ, ਕੋਈ ਡਾਟ ਫੜ ਕੇ ਖੜਾ ਹੋ ਜਾਂਦਾ, ਕੋਈ ਕਿਰਪਾਨ ਫੜ ਕੇ ਖੜਾ ਹੋ ਜਾਂਦਾ। ਲੇਕਿਨ ਇਹ ਬਾਣਿਆਂ ਨੂੰ ਬਦਨਾਮ ਕਰਨ ਵਾਸਤੇ ਇਹ ਲੋਕ ਵਿੱਚ ਵੜ ਗਏ, ਘੁਸਪੈਠ ਕਰ ਗਏ ਹੈ। ਮੈਂ ਸਮਝਦੀ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਹੈ 295 ਇਹ ਧਾਰਾ ਕਾਫੀ ਨਹੀਂ ਹੈ। ਉਹ ਧਾਰਾ ਲਾਓ ਜਿਹੜਾ ਜ਼ਿੰਦਗੀ ਭਰ ਅੰਦਰ ਕਰੇ। ਯੂਆਪਾ ਵਰਗੀ ਧਾਰਾ ਜਿਹੜੀ ਕਿ ਅਸੀਂ ਪਹਿਲਾਂ ਵੀ ਜੌਲੀਆਂ ਪਿੰਡ 'ਚ ਮੈਂ ਲਵਾ ਕੇ ਆਈ ਸੀ UAPA। ਉਹ ਇਸ ਲਈ ਲਵਾਈ ਸੀ ਕਿ ਇਹਨਾਂ ਦੀ ਹਿੰਮਤ ਵੱਧ ਜਾਂਦੀ ਹੈ ਕਿ ਬਾਹਰ ਆ ਹੀ ਜਾਣਾ। ਅਸੀਂ 5 ਮੈਂਬਰੀ ਟੀਮ ਭੇਜੀ, ਉਹਨਾਂ ਯੂਆਪਾ ਲਵਾਇਆ। ਮੈਂ SSP ਸਾਹਿਬ ਨੂੰ ਇਹ ਬੇਨਤੀ ਕਰਾਂਗੀ ਕਿ ਇਮੀਡੀਏਟ ਤੇ ਯੂਆਪਾ ਲਵਾਓ, ਨਹੀਂ ਤਾਂ ਸਾਨੂੰ ਕੋਈ ਨਾ ਕੋਈ ਐਕਸ਼ਨ ਜਿਹੜਾ ਅੱਗੇ ਹੋ ਕੇ ਲੈਣਾ ਪਏਗਾ। ਬੀਬੀ ਜੀ, ਜਿਹੜੀ ਘਟਨਾ ਹੋਈ ਆ, ਮੰਦਭਾਗੀ ਘਟਨਾ ਹੋਈ ਹੈ, ਹੁਣ ਤੱਕ ਦੀ ਜਿਹੜੀ ਤੁਸੀਂ ਕਿਹਾ ਕਿ ਜਿਹੜੀ ਹੁਣ ਤੱਕ ਦੀ ਉਹਦੀ ਜਾਂਚ ਵਿੱਚ ਤੁਸੀਂ ਸੰਤੁਸ਼ਟ ਨਹੀਂ, ਕਿਆ ਤੁਸੀਂ ਚਾਹੋਗੇ ਕਿ ਕੋਈ ਸੈਂਟਰ ਦੀ ਜਾਂ ਪੰਜਾਬ ਦੀ ਕੋਈ ਨਿਸ਼ਪਕਸ਼ ਏਜੰਸੀ ਕਿਸ ਚੀਜ਼ ਦੀ ਮੰਗ ਕਰੋ? CBI ਦੀ ਜਾਓ। ਦੇਖੋ ਇਹਨਾਂ ਦੀ ਐਡੀ ਬੜੇ ਤਖਤ ਤੇ ਐਡੀ ਬੜੀ ਘਟਨਾ ਹੋਣੀ ਹੈ। ਇਹਨਾਂ ਦੇਖੋ ਤਖਤ ਤੇ ਹੋਵੇ, ਗੁਰਤਾਮ ਕਿਸੇ ਤੇ ਹੋਵੇ, ਘਟਨਾ ਵੱਡੀ ਘਟਨਾ ਹੀ ਹੈ, ਕੁਛ ਵੀ ਹੈ। ਗੱਲ ਇਹ ਹੈ ਕਿ ਇਹਨਾਂ ਦੀ ਅਜੇ ਤੱਕ ਜਦ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੁੰਦੀ ਉਨੀ ਚਿਰ ਤੱਕ ਅਸੀਂ ਅਗਲੀ ਗੱਲ ਨਹੀਂ ਕਹਿ ਸਕਦੇ। ਜਦ ਤੱਕ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ, ਇਹ ਸਾਨੂੰ ਆਪਣੀ ਇਨਵੈਸਟੀਗੇਸ਼ਨ ਰਿਪੋਰਟ ਦੇਣਗੇ, ਉਸ ਤੋਂ ਬਾਅਦ ਅਸੀਂ ਅਗਲੀ ਗੱਲ ਕਰਾਂਗੇ। ਇੱਕ ਤਾਂ ਹੈ ਕਿ ਜਿਹੜੀ ਬਾਰ-ਬਾਰ ਗੁਰਦੁਆਰਾ ਸਾਹਿਬ ਨੂੰ ਤੁਸੀਂ ਨਿਸ਼ਾਨਾ ਬਣਾਇਆ ਜਾਂਦਾ, ਹਾਂਜੀ, ਇਹ ਕੀ ਸਿਰਜਣ ਦੀ ਕੋਸ਼ਿਸ਼ ਹੈ? ਕਿਉਂਕਿ ਬੀਤੇ ਵੀ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਘਟਨਾ ਹੋਈਆਂ ਸੀ, ਹੁਣ ਦੁਬਾਰਾ ਸ਼ੁਰੂ ਹੋ ਗਈਆਂ। ਤੇ ਦੂਜੀ, ਜਿਸ ਤਰ੍ਹਾਂ ਕਿ ਨਿਯਮਾਂ ਤਹਿਤ ਅਸੀਂ ਕਿਸੇ ਨੂੰ ਬਦਲ ਨਹੀਂ ਸਕਦੇ, ਜਾਣ ਤੋਂ ਰੋਕ ਨਹੀਂ ਸਕਦੇ, ਕਿਆ ਕੁਝ ਚੇਂਜਿੰਗ ਕਰ ਸਕਦੇ ਆ ਜਾਂ ਵਿਧਾਨ 'ਚ ਹੈ ਆਪਣੇ SGPC ਦੇ ਵੀ, ਜਿਸ ਤਰ੍ਹਾਂ ਅੰਦਰ ਜਾਂਦਾ ਕੋਈ? ਦੇਖੋ, ਗੁਰੂ ਦਾ ਸਿਧਾਂਤ ਇਹ ਹੈ ਕਿ ਸਾਰੀ ਸੰਗਤ ਸ਼ਰਧਾ ਦੇ ਨਾਲ, ਬੜੇ ਪਿਆਰ ਤੇ ਨਿਮਰਤਾ ਦੇ ਨਾਲ ਅੰਦਰ ਆਏ। ਵੱਧ ਤੋਂ ਵੱਧ ਅਸੀਂ ਇਹੀ ਕਰ ਸਕਦੇ ਹੁੰਦੇ, ਲਾਈਨਾਂ ਲਾ ਕੇ ਅੰਦਰ ਆਵੇ। ਸੇਵਾਦਾਰ ਅਸੀਂ ਰੋਕ ਨਹੀਂ ਸਕਦੇ, ਸੰਗਤ ਨੂੰ ਰੋਕਣਾ ਸਾਡੇ ਮੁਸ਼ਕਲ ਹੋ ਜਾਂਦਾ, ਕਿਉਂਕਿ ਸੰਗਤ ਦੀ ਸ਼ਰਧਾ ਨੂੰ ਵੀ ਠੇਸ ਪਹੁੰਚਦੀ। ਮਾੜਾ ਜੇ ਕਿਸੇ ਨੂੰ ਹੱਥ ਲਾ ਕੇ ਵੀ ਕਹਿ ਦੋ ਨਾ, ਰੁਕ ਜਾਓ, ਉੱਥੇ ਕਹਿੰਦੇ ਤੂੰ ਵੱਡਾ ਆ ਗਿਆ, ਮੈਨੂੰ ਨਹੀਂ ਪਤਾ ਗੁਰੂ ਘਰ ਦਾ, ਮੈਂ ਮੱਥਾ ਟੇਕਣਾ, ਸਾਨੂੰ ਵਿੱਚ ਕਿਉਂ ਰਿਚਣ ਪਾਉਂਦੇ ਹੋ? ਸੋ ਇਹ ਚੀਜ਼ਾਂ ਜਿਹੜੀਆਂ, ਕੋਈ ਗੱਲ ਨਹੀਂ, ਅਸੀਂ ਆਪੇ ਜੇ ਸਾਡੇ ਕੋਈ ਲੱਗਦਾ ਹੋਏਗਾ ਸਾਨੂੰ ਕਿਸ ਢੰਗ ਨਾਲ ਸੁਧਾਰ ਕਰਨੇ ਹੈ, ਸੁਧਾਰ ਕਰਾਂਗੇ। ਪਰ ਤਕਲੀਫ ਇਸ ਗੱਲ ਦੀ ਹੈ ਜੀ, ਹਰ ਇੱਕ ਵਿਅਕਤੀ ਦੇ ਉੱਤੇ ਅੱਖ ਨਹੀਂ ਰੱਖੀ ਜਾ ਸਕਦੀ। ਜਿਹੜਾ ਅੰਦਰ ਸੇਵਾਦਾਰ ਖੜਾ, ਉਹ ਵੀ ਅਕਸਰ ਬਾਣੀ ਸਰਵਣ ਕਰ ਰਿਹਾ ਹੁੰਦਾ, ਉਹਨੇ ਵੀ ਸ਼ਰਧਾ ਰੱਖੀ ਹੁੰਦੀ ਹੈ, ਉਹਦੇ ਮਨ ਵਿੱਚ ਵੀ ਗੁਰੂ ਦਾ ਭਾਵ ਹੁੰਦਾ ਕਿ ਮੈਂ ਕਿਸੇ ਨੂੰ ਨਾ ਹੀ ਛੇੜਾਂ। ਜੇ ਕੋਈ ਹੱਥ ਲਾਉਂਦਾ ਤਾਂ ਵੀ ਉਹ ਛੇਤੀ ਕਿਤੇ ਨਹੀਂ ਕਹਿ ਸਕਦਾ ਹੁੰਦਾ, ਕਿਉਂਕਿ ਜੇ ਹੁਣ ਪੁਲਿਸ ਵਾਲੇ ਹੈ, ਉਹ ਤੇ ਕਿਸੇ ਨੂੰ ਅੱਖਾਂ ਦੇਖਦੇ ਰਹਿੰਦੇ ਵੀ ਕਿਹੜਾ ਹਿਲਾ ਰਿਹਾ, ਕਿਹੜਾ ਨਹੀਂ ਹਿਲਾ ਰਿਹਾ। ਹੁਣ ਸਾਨੂੰ ਵੀ ਪੁਲਿਸ ਵਾਲੇ ਕੰਮ ਕਰਨਾ ਪਏਗਾ। ਉਹ ਹੈ ਸੇਵਾਦਾਰ,
ਤੁਸੀਂ ਵੀ ਸਾਰੇ ਇੱਥੇ ਰੋਜ਼ ਰਹਿੰਦੇ ਹੋ, ਸੇਵਾਦਾਰ ਮਾੜਾ ਮੋਟਾ ਵੀ ਕਿਸੇ ਨੂੰ ਕਹਿ ਦੇਣਾ, ਉਹ ਕਹਿੰਦੇ ਤੂੰ ਸਾਨੂੰ ਅੱਖਾਂ ਵਿਖਾਣਾ ਹੈ। ਮਤਲਬ ਇਹ ਭਾਵਨਾ ਨਾਲ ਲੋਕ ਸੰਗਤ ਜਿਹੜੀ ਆਉਂਦੀ ਹੈ, ਉਸ ਭਾਵਨਾ ਨੂੰ ਅਸੀਂ ਤੋੜ ਨਹੀਂ ਸਕਦੇ, ਸ਼ਰਧਾ ਨੂੰ ਨਹੀਂ ਤੋੜ ਸਕਦੇ। ਚਲੋ ਗੁਰੂ ਹੀ ਭਲਾ ਕਰੇ, ਸੱਚੇ ਪਾਤਸ਼ਾਹ ਸਮਰੱਥ ਗੁਰੂ ਹੀ ਹੈ, ਉਹੀ ਇਹਨਾਂ ਦੀਆਂ ਲੋਕਾਂ ਦੀਆਂ ਹਰਕਤਾਂ ਨੂੰ ਜਿਹੜਾ ਠੱਲ ਪਾ ਸਕਦਾ ਹੈ। ਮੈਂ ਤਾਂ ਸੱਚੇ ਗੁਰੂ ਦੇ ਅੱਗੇ, ਸਮਰੱਥ ਗੁਰੂ ਦੇ ਅੱਗੇ ਅਰਦਾਸ ਕਰਦੀ, ਸੱਚੇ ਪਾਤਸ਼ਾਹ ਇਹ ਠੱਲ ਤੁਸੀਂ ਪਾਓ। ਕੋਈ ਕਾਨੂੰਨ ਇਹਨੂੰ ਨਹੀਂ ਰੋਕ ਸਕਦਾ, ਕੋਈ ਕਾਨੂੰਨ ਠੱਲ ਨਹੀਂ ਪਾ ਸਕਦਾ, ਕਿਉਂਕਿ ਲੋਕਾਂ ਦੇ ਕਾਨੂੰਨ ਹੁਣ ਸਰਕਾਰਾਂ ਦੇ ਕਾਨੂੰਨ ਨਹੀਂ ਕੋਈ ਰਹਿ ਗਏ, ਨਾ ਕੋਰਟ ਦਾ ਵਿੱਚ ਕੋਈ ਕਾਨੂੰਨ ਰਹਿ ਗਏ, ਨਾ ਸੱਚ ਦੀ ਆਵਾਜ਼ ਉੱਥੇ ਕੋਈ ਸੁਣੀ ਜਾਂਦੀ ਹੈ, ਤੇ ਨਾ ਸਾਡੀ ਭਾਵਨਾ ਦੀ ਆਵਾਜ਼ ਸੁਣੀ ਜਾਂਦੀ ਹੈ। ਸਾਡੀ ਭਾਵਨਾ ਦੀ ਆਵਾਜ਼ ਕੇਵਲ ਗੁਰੂ ਸੁਣ ਸਕਦਾ ਹੈ। ਉਹੀ ਇਹਨਾਂ ਪਾਪੀਆਂ ਨੂੰ, ਪਾਪੀ ਕੋ ਦੰਡ ਦਿਓ ਰੇ ਮਹਾਵਾਕ ਅਨੁਸਾਰ, ਇਹਨਾਂ ਪਾਪੀਆਂ ਨੂੰ ਠੱਲ ਪਾਵੇ ਤੇ ਇਹਨਾਂ ਨੂੰ ਕਿਤੇ ਸਮੱਤ ਬਖਸ਼ੇ ਕਿ ਇਸ ਪਾਸੇ ਤੋਂ ਹਟ ਕੇ ਸੱਚੇ ਪਾਸੇ ਵਿੱਚ ਲੱਗ ਜਾਣ। ਜੀ ਪਰਸੋਂ ਦੀ ਇਹ ਘਟਨਾ ਹੈ, ਕੱਲ ਸ਼ਾਮ ਜਿਹੜੇ ਲੋਕ ਇਕੱਠੇ ਹੋਏ ਸੀ, ਕੁਝ ਉਹਨਾਂ ਵੱਲੋਂ 2 ਪ੍ਰਵਾਸੀ ਮਜ਼ਦੂਰ ਜਿਹੜੇ ਵਿਚਾਰੇ ਪ੍ਰਸ਼ਾਦਾ ਛਕਣ ਆਏ ਸੀ, ਉਹਨਾਂ ਨੂੰ ਵੀ ਜਿਹੜਾ ਉਹਨਾਂ ਨਾਲ ਕੁੱਟਮਾਰ ਕੀਤੀ ਗਈ। ਐਸੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਦੇਖੋ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦੀ ਹਾਂ, ਮੈਂ ਵੀ ਦੇਖਿਆ ਹੁਣ ਬਾਹਰ ਵੀ ਭਰਾ ਸਾਡੇ ਬੈਠੇ, ਸਾਡੇ ਹੀ ਨੇ ਉਹ ਜੀ, ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗੀ, ਸੰਗਤ ਵਿੱਚ ਦੁਬਤਾ ਨਾ ਪਾਓ, ਸੰਗਤ ਦੀ ਸ਼ਰਧਾ ਨੂੰ ਠੇਸ ਨਾ ਪਹੁੰਚਾਓ। ਸ਼ਰਧਾ ਨਾਲ ਆਉਂਦੀ ਹੈ ਸੰਗਤ, ਇਹਨਾਂ ਗੱਲਾਂ ਨਾਲ ਕੁਝ ਨਹੀਂ ਬਣਨਾ। ਜੇ ਤੁਹਾਨੂੰ ਅਸੀਂ ਖੁੱਲੇ ਛੱਡ ਦਈਏ, ਤੁਸੀਂ ਜਿਹੜਾ ਆਏਗਾ ਉਹਨੂੰ ਕੁੱਟਣ ਲੱਗ ਪਓਗੇ, ਜਿਹੜਾ ਆਏਗਾ ਮਾਰਨ ਲੱਗ ਪਓਗੇ, ਤੇ ਫਿਰ ਤੇ ਗੁਰੂ ਘਰ ਦੀ ਬਦਨਾਮੀ ਤਾਂ ਅਸੀਂ ਕਰ ਰਹੇ ਹਾਂ। ਗੁਰੂ ਘਰ 'ਚ ਤੇ ਪਿਆਰ ਦੀਆਂ ਝੋਲੀਆਂ ਵੱਡੀਆਂ ਜਾਂਦੀਆਂ, ਗੁਰੂ ਘਰ ਵਿੱਚ ਤੇ ਗਲਵੱਕੜੀ ਪਾਈ ਜਾਂਦੀ ਹੈ। ਕੋਈ ਮਾੜਾ ਆਵੇ ਚੰਗਾ ਆਵੇ, ਹੁਣ ਜੇ ਕੋਈ ਆਏ ਆ ਮੱਥਾ ਟੇਕਣ, ਉਹਨੂੰ ਤੁਸੀਂ ਮੱਥਾ ਟੇਕਣ ਤੋਂ ਰੋਕੋਗੇ, ਕਿੱਦਾਂ ਰੋਕ ਲਾਂਗੇ ਅਸੀਂ? ਇਹ ਤਾਂ ਹੋ ਸਕਦਾ ਜਿਹੜਾ ਆਇਆ ਉਹ ਆਪਣੇ ਸੰਜਮ ਨਾ ਆਵੇ, ਹੱਥ ਪੈਰ ਧੋ ਕੇ ਅੰਦਰ ਜਾਵੇ, ਸ਼ਰਧਾ ਨਾ ਜਾਵੇ, ਉਹਦਾ ਜਿਹੜਾ ਕਰਮ ਬਣਦਾ। ਪਰ ਅਸੀਂ ਕਿਸੇ ਨੂੰ ਡਾਂਟ ਨਹੀਂ ਸਕਦੇ, ਕਿਸੇ ਨੂੰ ਰੋਕ ਨਹੀਂ ਸਕਦੇ। ਹੁਣ ਆ ਜਿਹੜੇ ਬੈਠੇ ਨੇ ਇੱਥੇ ਭਰਾ ਸਾਡੇ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੱਥੇ ਕਾਹਦੇ ਲਈ ਅਸੀਂ ਬੈਠਣਾ। ਜਾ ਕੇ ਐਸਐਸਪੀ ਦਾ ਸਿਰ ਪਾੜੋ ਵੀ ਸਾਨੂੰ ਇਨਸਾਫ ਦਿਓ, ਸਾਡਾ ਸੱਚ ਕੱਢੋ। ਸਾਡੀ ਜੋ ਡਿਊਟੀ ਬਣਦੀ ਸੀ ਸੇਵਾਦਾਰਾਂ ਦੀ ਕਰ ਲਈ, ਸੇਵਾਦਾਰਾਂ ਨੇ ਫੜ ਕੇ ਉਹਨੂੰ ਅੰਦਰ ਦੇ ਦਿੱਤਾ। ਇਹ ਤੇ ਹੁਣ ਡਿਊਟੀ ਬਣਦੀ ਹੈ ਪ੍ਰਸ਼ਾਸਨ ਦੀ ਕਿ ਸਖਤੀ ਨਾਲ ਉਹਨਾਂ ਕੜੀਆਂ ਨੂੰ ਜੋੜੇ ਜਿਹੜੀਆਂ ਕੜੀਆਂ ਜੁੜ ਰਹੀਆਂ ਨੇ, ਔਰ ਇਹ ਕੱਢੇ ਕਿ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ, ਕਿੱਦਾਂ ਥਾਂ ਥਾਂ ਦੇ ਉੱਤੇ ਹੋ ਰਿਹਾ ਹੈ। ਔਰ ਸਾਰਿਆਂ ਨੂੰ ਚੁੱਪ ਇੱਥੇ ਆ ਜਾਂਦੀ, ਆ ਕੇ ਸਭ ਦਾ ਇੱਕੋ ਤਰੀਕਾ ਲੱਭ ਲਿਆ ਉਹਨਾਂ ਨੇ। ਸਰਕਾਰ ਦੇ ਪ੍ਰਸ਼ਾਸਨ ਨੇ ਵੀ ਭਈ ਜੀ ਆ ਜਾਓ ਤੁਹਾਡੀ ਤਸੱਲੀ ਕਰਾ ਦਿੰਦੇ ਆ ਜੀ, ਉੱਥੇ ਵੀ ਇੱਦਾਂ ਹੀ ਹੋਇਆ ਜੌਲੀਆ, 5 ਬੰਦੇ ਦੇ ਦਿਓ ਜੀ। ਹੁਣ ਇਹ ਬੰਦੇ ਤੇ ਜਾ ਕੇ ਪੁੱਛ ਹੀ ਸਕਦੇ ਨੇ, ਏਜੰਸੀ ਨਹੀਂ ਨਾ ਲੱਭ ਸਕਦੇ, ਏਜੰਸੀ ਤਾਂ ਉਹੀ ਲੱਭਣਗੇ। ਜੇ ਇਹ ਭਾਂਪ ਗਏ ਹੈ ਕਿ ਕਿਸੇ ਏਜੰਸੀ ਨਾਲ ਜੁੜਿਆ ਲੱਗਦਾ ਬੰਦਾ ਕੋਈ ਟ੍ਰੇਨਡ ਕੀਤਾ ਹੋਇਆ, ਬੰਦੇ ਨੂੰ ਹਿਪਨੋਟਾਈਜ਼ ਕਰਕੇ ਤਿਆਰ ਕਰਦੇ ਆ। ਉਹ ਵੀ ਜੌਲੀਆਂ ਵੀ ਇੱਦਾਂ ਹੀ ਲੱਗਦਾ ਸੀ, ਜਦੋਂ ਕਹਿੰਦੀ ਕਿ ਮੈਂ ਦੁਖੀ ਸੀ, ਮੈਂ ਅਰਦਾਸਾਂ ਬੜੀਆਂ ਕਰਦੀ ਸੀ, ਤੇ ਮੈਂ ਜਾ ਕੇ ਜਦੋਂ ਅਰਦਾਸ ਕੀਤੀ ਮੇਰੀ ਪੂਰੀ ਨਹੀਂ ਹੋਈ, ਮੈਂ ਲਿਆ ਕੇ ਅੱਗ ਲਾਤੇ। ਇਹ ਕੋਈ ਹੈ? ਇਹਨੇ ਵੀ ਕਿਹਾ ਕਿ ਮੈਂ ਆਇਆ ਸੀ, ਸ਼ਰਧਾ ਸੀ, ਮੇਰਾ ਮਨ ਕਰਿਆ ਆਇਆ ਤੇ ਮੈਂ ਉੱਥੇ ਸੁੱਟ ਦਿੱਤੀ। ਮਤਲਬ ਇੱਥੇ ਆ ਕੇ ਇਹ ਆ ਕੇ ਮਨ ਆਏ ਦੀ ਗੱਲ ਕਰਦੇ। ਫਿਰ ਦੇਖੋ ਕੋਈ ਦੌੜਾ ਨਹੀਂ, ਉਹ ਬੀਬੀ ਵੀ ਕੋਈ ਦੌੜੀ ਨਹੀਂ, ਜਾ ਕੇ ਉਹਨੇ ਆਪਣੇ ਘਰ ਬੈਠ ਗਈ, ਰੋਟੀਆਂ ਪਕਾ ਰਹੀ ਹੈ, ਉਹਨੂੰ ਜਾ ਕੇ ਉੱਤੇ ਕਰੋ ਫੜੀ। ਇਹ ਵੀ ਇੱਦਾਂ ਹੀ ਦੌੜਿਆ ਨਹੀਂ ਸਗਾ, ਉਹ ਪਟਕਾ ਜਿਹਾ ਲਾ ਲਿਆ ਵੀ ਸ਼ਾਇਦ ਹੋਰ ਵੀ ਅਦਵੀ ਕੀਤੀ, ਵੀ ਨੰਗਾ ਸਿਰ ਕਰ ਲਿਆ। ਸੋ ਇਹ ਗੱਲਾਂ ਜਿਹੜੀਆਂ ਨੇ, ਇਹ ਕਿੱਦਾਂ ਤਰੀਕਾ ਸਿਖਾਇਆ ਜਾਂਦਾ, ਇਹ ਕੌਣ ਨੇ ਜਿਹੜੇ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਆ? ਇਹ ਸਾਡੇ ਤੇ ਗੁਰੂ ਅੱਗੇ ਅਰਦਾਸ ਹੈ, ਵੱਡੀ ਅਰਦਾਸ ਤੇ ਮੇਰੀ ਤੇ ਗੁਰੂ ਅੱਗੇ ਹੀ ਹੈ। ਮੈਂ ਕਿਸੇ ਵਿਅਕਤੀ ਤੋਂ ਆਸ ਨਹੀਂ ਰੱਖਦੀ ਕਿ ਇਹ ਇਨਸਾਫ ਮਿਲੇ, ਪਰ ਸੁਚੇਤ ਹੋਈਏ ਆਪਾਂ ਸਿੱਖ ਸੰਗਤ ਵੀ ਇਹਨਾਂ ਦੀਆਂ ਗੱਲਾਂ ਪਿੱਛੇ ਆ ਕੇ, ਇਹਨਾਂ ਦੀਆਂ ਚਾਲਾਂ ਪਿੱਛੇ ਆ ਕੇ, ਇਹਨਾਂ ਦੀਆਂ ਸ਼ਰਾਰਤਾਂ ਪਿੱਛੇ ਆ ਕੇ ਅਸੀਂ ਨਾ ਆਪਸ ਵਿੱਚ ਕਲੈਸ਼ ਪਾਈਏ, ਅਸੀਂ ਨਾ ਵੰਡੇ ਜਾਈਏ। ਸਾਡੀ ਭਾਈਚਾਰਕ ਸਾਂਝ ਜਿਹੜੀ ਹੈ ਉਹਦੇ 'ਚ ਕੁੜੱਤਣ ਨਾ। ਤੁਸੀਂ ਬੀਬੀ ਜੀ ਧਰਨੇ ਦੀ ਗੱਲ ਕੀਤੀ ਕਿ ਐਸਐਸਪੀ ਦਫ਼ਤਰ ਦੇ ਅੱਗੇ ਨਾ ਭਰਾਵਾਂ ਨੂੰ ਧਰਨਾ ਲਾਉਣਾ ਚਾਹੀਦਾ, ਜੇ ਲੋੜ ਪਈ ਤਾਂ ਨਹੀਂ ਚਲ ਮੇਰੀ ਤਾਂ ਅਗਲੀ ਗੱਲ ਛੱਡੋ ਜੀ, ਲੋੜ ਪਈ ਤੇ ਮੈਂ ਅਸੀਂ ਜੇ ਸ਼੍ਰੋਮਣੀ ਕਮੇਟੀ ਦੇ ਆਪਣੇ ਕੋਈ ਰੂਲਸ ਨੇ, ਆਪਣੇ ਹਿਸਾਬ ਨਾਲ ਚੱਲਦੀ ਹੈ ਸ਼੍ਰੋਮਣੀ ਕਮੇਟੀ ਦੀ ਆਪਣੀ ਕੋਈ ਸਿਧਾਂਤ ਨੇ। ਇਹ ਮੇਰਾ ਕਹਿਣ ਤੋਂ ਭਾਵ ਕਿ ਇੱਥੇ ਤੇ ਜਿਹੜਾ ਕੰਮ ਹੋਣਾ ਸੀ ਹੋ ਗਿਆ, ਜੋ ਡਿਊਟੀ ਬਣਦੀ ਸੀ ਸੇਵਾਦਾਰਾਂ ਨੇ ਕਰ ਦਿੱਤੀ। ਸੇਵਾਦਾਰ ਹੁਣ ਥਾਣੇ ਪਹੁੰਚਾ ਸਕਦਾ ਸੀ, ਸੇਵਾਦਾਰ ਫੜ ਸਕਦੇ ਸੀ, ਉਹਨਾਂ ਕਰ ਲਈ। ਹੁਣ ਅਗਲੀ ਡਿਊਟੀ ਸਰਕਾਰ ਦੀ ਹੈ, ਪ੍ਰਸ਼ਾਸਨ ਦੀ ਹੈ। ਇਹ ਭਰਾ ਜਾ ਕੇ ਉੱਥੇ ਪ੍ਰੈਸ਼ਰ ਬਣਾਉਣ ਕਿ ਸੱਚ ਕੱਢੋ, ਸੱਚ ਕੱਢੋ, ਸੱਚ ਉੱਥੋਂ ਨਿਕਲਣਾ। ਹੁਣ ਇਸ ਵੇਲੇ ਪ੍ਰਸ਼ਾਸਨ ਦੀ ਡਿਊਟੀ ਹੈ ਸੱਚ ਕੱਢਣਾ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਮੈਂ ਨਿੰਦਾ ਕਰਦੀ ਹੈ ਉਹਨਾਂ ਲੋਕਾਂ ਦੀ, ਮਾੜੀਆਂ ਹਰਕਤਾਂ ਨਾ ਕਰਨ, ਬਾਜ਼ ਆ ਜਾਣ, ਕਿਤੇ ਇਹ ਨਾ ਹੋਵੇ ਕੌਮ ਦੇ ਵਿੱਚ ਵੰਡੀਆਂ ਪਾ ਕੇ ਕੌਮ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹਨਾਂ ਲੋਕਾਂ ਦਾ ਭਲਾ ਕਿਤੇ ਨਹੀਂ ਹੋਣਾ। ਜਿਹੜੀ 1984 ਤੋਂ ਪਹਿਲਾਂ ਵੀ ਅਜਿਹੀਆਂ ਘਟਨਾ ਹੋਈਆਂ ਸੀ, ਗੁਰਦੁਆਰਿਆਂ ਦੇ ਵਿੱਚ ਬੀੜੀਆਂ ਸੁੱਟੀਆਂ ਗਈਆਂ ਸੀ ਮੰਦਰਾਂ ਦੇ ਵਿੱਚ, ਕੀ ਲੱਗਦਾ ਜੀ? ਤੁਸੀਂ ਵੀ ਦੇਖ ਲਓ ਉਹਦਾ ਰਿਜ਼ਲਟ ਕੀ ਨਿਕਲਿਆ ਸੀ, ਉਹਦਾ ਰਿਜ਼ਲਟ ਕੀ ਨਿਕਲਿਆ ਸੀ। ਕਿੱਥੇ
84 ਦਾ ਕਤਲੇਆਮ ਪਹਿਲਾਂ ਇੱਥੇ ਹੋਇਆ, ਹਮਲੇ ਹੋਏ, ਉਸ ਤੋਂ ਬਾਅਦ 84 ਦਾ ਕਤਲੇਆਮ ਹੋਇਆ। ਸਾਰੇ ਸਾਡੀ ਜਿਹੜੀ ਸੀਗੀ ਕੀ ਕਹਿੰਦੇ ਨਸਲ ਕੁਸ਼ੀ ਕਰ ਦਿੱਤੀ, ਕਰਨ ਦੇ ਯਤਨ ਕੀਤੇ। ਇਹ ਜਿਹੜੇ ਇਹੋ ਜਿਹੇ ਭਿਆਨਕ ਸਿੱਟੇ ਹੈ ਉਦੋਂ ਨਿਕਲਦੇ ਆ ਜਦੋਂ ਇੱਦਾਂ ਦੀ ਸ਼ਰਾਰਤਾਂ ਹੁੰਦੀਆਂ। ਸੋ ਇਹਨਾਂ ਸ਼ਰਾਰਤਾਂ ਨੂੰ ਸਮਝਣ ਵਾਸਤੇ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਦੀ, ਸਾਰਿਆਂ ਨੂੰ ਮਿਲ ਬੈਠ ਕੇ ਵਿਚਾਰ ਕਰਿਆ ਕਰੋ, ਉੱਚੀ ਸੁੱਚੀ ਵਿਚਾਰ ਰੱਖੋ। ਇਹਨਾਂ ਨਾਲ ਕੁਝ ਨਹੀਂ ਹੋਣਾ ਕਿ ਮੈਂ ਜੋ ਮਰਜ਼ੀ ਬੋਲ ਦੇਵਾਂ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਤੇ ਸਾਡੀ ਬੱਲੇ ਬੱਲੇ ਹੋ ਜਾਏਗੀ, ਵਾਹਵਾ ਖੱਟ ਲਾਂਗੇ। ਇਹਨਾਂ ਗੱਲਾਂ ਨਾਲ ਕੁਝ ਨਹੀਂ ਹੋਣਾ। ਜੋ ਸੱਚਾਈ ਦੀ ਗੱਲ ਹੈ ਉਧਰ ਨੂੰ ਤੁਰਨਾ ਚਾਹੀਦਾ। ਜਿਹੜੇ ਸੇਵਾਦਾਰਾਂ ਨੇ ਪਕੜਿਆ ਉਸ ਦੋਸ਼ੀ ਨੂੰ, ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਮਤਲਬ ਕਿ ਨਵਾਜੇਗੀ ਜਾਂ ਕੋਈ ਉਹ ਦੇਗੀ? ਬੇਟਾ ਸੇਵਾਦਾਰ ਸਾਡੇ ਨੇ, ਉਹਨਾਂ ਡਿਊਟੀ ਕੀਤੀ ਹੈ, ਠੀਕ ਹੈ ਜੀ, ਉਹਨਾਂ ਦੀ ਸ਼ਾਬਾਸ਼। ਸਨਮਾਨ ਸੰਸਥਾ ਸਨਮਾਨ ਇਹੀ ਸ਼ਾਬਾਸ਼। ਸੰਸਥਾ ਦੇ ਮੁਖੀ ਦੀ ਸ਼ਾਬਾਸ਼ ਜਿਹੜੀ ਹੈ ਉਹ ਆਪਣੇ ਸੇਵਾਦਾਰ ਦੀ ਬਹੁਤ ਵੱਡੀ ਖੁਰਾਕ ਹੈ, ਜਿਹੜੀ ਕੱਲ ਇੱਥੇ ਔਰ ਵੱਡੀ ਖੁਰਾਕ ਹੈ। ਕੁੱਟਮਾਰ ਹੋਈ ਹੈ ਉਹਨਾਂ ਨੂੰ ਅੱਗੇ ਤੋਂ ਇਹੋ ਜਿਹੀ ਘਟਨਾ ਨਾ ਵਾਪਰੇ। ਨਹੀਂ, ਮੈਂ ਤੇ ਦੇਖੋ ਜੀ ਬੇਨਤੀ ਕਰਾਂਗੀ ਕਿ ਨਾ ਸ਼ਰਾਰਤਾਂ ਇਹੋ ਜਿਹੀਆਂ ਕਰੀਏ ਜਿਹਦੇ ਨਾਲ ਲੋਕਾਂ ਵਿੱਚ ਦਹਿਸ਼ਤ ਪਵੇ, ਲੋਕਾਂ ਦੇ ਵਿੱਚ ਪਰੇਸ਼ਾਨੀ ਪਵੇ। ਔਰ ਇਸ ਸੰਸਥਾ ਦਾ, ਇਸ ਤਖਤ ਦਾ ਨਾਮ ਬਾਰ-ਬਾਰ ਅਖਬਾਰਾਂ ਵਿੱਚ ਨੈਗੇਟਿਵਿਟੀ ਫੈਲਾਉਣ ਵਿੱਚ ਜਾਵੇ। ਇਹ ਤਖਤ ਉੱਚਾ ਤੇ ਸੁੱਚਾ ਹੈ, ਇੱਥੋਂ ਤੇ ਗੁਰੂ ਨੇ ਸਾਨੂੰ ਜੀਵਨ ਦਿੱਤਾ, ਅਸੀਂ ਜੀਵਨ ਲੈ ਕੇ ਜਾਣਾ। ਸਗੋਂ ਜਿਹੜਾ ਕੋਈ ਗੁੰਮਰਾਹ ਹੋਇਆ, ਜਿਹੜਾ ਕੋਈ ਪਾਸੇ ਹਟਿਆ, ਉਹਨੂੰ ਵੀ ਅਸੀਂ ਬੁੱਕਲ ਵਿੱਚ ਲੈਣਾ। ਜੀ ਇੱਕ ਆਖਰੀ ਤੇ ਅਹਿਮ ਸਵਾਲ ਹੈ, ਧਰਮ ਪ੍ਰਚਾਰ ਕਰਨਾ ਹਰ ਸੰਸਥਾ ਦਾ ਕੰਮ ਹੈ, ਸ਼੍ਰੋਮਣੀ ਕਮੇਟੀ ਵੀ ਕਰ ਰਹੀ ਹੈ ਨਿਰੰਤਰ। ਪਿੰਡ ਪਿੰਡ ਜਿੱਦਾਂ ਗੁਰਦੁਆਰਾ ਸਾਹਿਬ ਨੇ, ਮਹਾਰਾਜ ਦਾ ਸਰੂਪ ਹੈ, ਕੀ ਕਹਿਣਾ ਚਾਹੋਗੇ ਭਵਿੱਖ ਵਿੱਚ? ਇਹ ਤਾਂ ਵੱਡੇ ਤੱਤ ਦੀ ਚਲੋ ਗੱਲ ਹੈ ਕਿ ਉੱਥੇ ਵੀ ਇਸ ਤਰ੍ਹਾਂ ਦੀ ਘਟਨਾ ਤੋਂ ਬਚਣ ਲਈ ਕੀ ਸੁਝਾਅ ਹੈ ਭਵਿੱਖ ਦੇ? ਇੱਕ ਮੈਂ ਆਪ ਜੀ ਨੂੰ ਬੇਨਤੀ ਕਰਾਂ, ਜਿੰਨੇ ਲੋਕਲ ਪਿੰਡਾਂ ਦੇ ਗੁਰਦੁਆਰੇ ਹੈ ਉਹਨਾਂ ਦੇ ਪ੍ਰਬੰਧ ਲੋਕਲ ਸੰਗਤਾਂ ਦੇ ਹੁੰਦੇ। ਲੋਕਲ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਤੁਹਾਡੇ ਗੁਰਦੁਆਰੇ ਹੈ, ਆਪ ਗੁਰਦੁਆਰੇ ਸੇਵਾ ਸੰਭਾਲ ਵਾਸਤੇ ਚੰਗੇ ਸੁਚੱਜੇ ਪ੍ਰਬੰਧ ਕਰੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਗੁਰਦੁਆਰਿਆਂ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹੈ, ਪੂਰੇ ਸੇਵਾਦਾਰ ਰੱਖੇ ਗਏ ਹੈ, ਪੂਰਾ ਤੈਨਾਤੀ ਰੱਖੀ ਗਈ ਹੈ। ਜੇ ਕੋਈ ਗੱਲ ਵੀ ਹੁੰਦੀ ਹੈ ਤੇ ਇਮੀਡੀਏਟ ਉਸ ਨੂੰ ਉਹਦਾ ਹੱਲ ਕੱਢਿਆ ਜਾਂਦਾ ਹੈ। ਸਾਰੇ ਗੁਰਦੁਆਰੇ, ਅੱਬਲ ਤੇ ਗੁਰਦੁਆਰੇ ਘੱਟ ਹੋਣੇ ਚਾਹੀਦੇ, ਗੁਰਦੁਆਰੇ ਪਿੰਡਾਂ 'ਚ ਇੱਕ ਹੋਣਾ ਚਾਹੀਦਾ। ਜੇ ਕੋਈ ਵੱਡੇ ਗੁਰਦੁਆਰੇ 'ਚ ਬਣ ਵੀ ਗਏ ਹੈ, ਅਸੀਂ ਉਹਨਾਂ ਨੂੰ ਬੰਦ ਨਹੀਂ ਕਰ ਸਕਦੇ, ਪਰ ਬੇਨਤੀ ਜ਼ਰੂਰ ਕਰ ਸਕਦੇ ਹਾਂ ਕਿ ਸਾਰੇ ਸੁਚੇਤ ਹੋ ਕੇ ਰਹਿਣ। ਸ਼ਰਾਰਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋ ਸਕਦੀਆਂ ਹਨ, ਫਿਰ ਬਾਅਦ ਵਿੱਚ ਭੰਬਲ ਭੂਸਾ ਸੰਗਤਾਂ 'ਚ ਪੈਂਦਾ, ਸੰਗਤਾਂ ਪਾੜਦੀਆਂ ਹਨ, ਸੰਗਤਾਂ ਲੜਦੀਆਂ ਹਨ। ਉਹਨਾਂ ਸਾਰਿਆਂ ਦੀ ਇੱਕੋ ਹੱਲ ਹੈ ਕਿ ਆਪਾਂ ਜਿਹੜੇ ਗੁਰਦੁਆਰੇ ਅਸੀਂ ਸਥਾਪਿਤ ਕੀਤੇ ਹੈ, ਉਹਨਾਂ ਗੁਰਦੁਆਰੇ ਸੇਵਾ ਸੰਭਾਲ ਪੂਰੇ ਸੇਵਾਦਾਰ ਰੱਖੀਏ, ਚੰਗੇ ਸੁਚੱਜੇ ਗ੍ਰੰਥੀ ਰੱਖੀਏ, ਔਰ ਜਿਹੜੀ ਪ੍ਰਬੰਧਕ ਕਮੇਟੀ ਹੈ ਉਹ ਬੜੀ ਸੂਝਵਾਨ ਹੋਵੇ ਤਾਂ ਜੋ ਆਪਣੇ ਚੰਗੇ ਪ੍ਰਬੰਧ ਚਲਾ ਸਕੇ। ਠੀਕ ਹੈ ਜੀ। ਮਿਹਰਬਾਨੀ। ਹਾਂਜੀ।